ਧਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓਂਕਾਰ ਸਤਿਗੁਰੂ ਜੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ ਏਕ ਓਂਕਾਰ ਸਤਿਗੁਰੂ ਜੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਦੋਹਰਾ ਪਿੰਗਲ ਪਰਬਤ ਪਰ ਚੜ੍ਹੈ ਗੁੰਗ ਹੋਏ ਪਾਚਾਲ ਕਾਹਰ ਹੈ ਉਹ ਭਟ ਜੈ ਤਰੈ ਕਰੈ ਜੇ ਕਿਰਪਾ ਕਿਰਪਾਲ ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰ ਹਜ਼ੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ ਜਿਤਨੇ ਵੀ ਜੁੜ ਬੈਠੇ ਹੋ ਲੋ ਹਾਜ਼ਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਪਿੰਗਲ ਪਰਬਤ ਪਰ ਚੜ੍ਹੈ ਗੁੰਗ ਹੋਏ ਬਾਚਾਲ ਕਾਹਰ ਹੈ ਭਟ ਜੈ ਤਰੈ ਕਰੇ ਜੇ ਕਿਰਪਾ ਕਿਰਪਾਲ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅਗਲਾ ਅਧਿਆਇ ਸ਼ੁਰੂ ਕਰਦਿਆਂ ਹੋਇਆ ਉਸ ਪਰਿਪੂਰਨ ਪਰਮਾਤਮਾ ਦਾ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਦੇ ਹੋਇਆ ਪਰਮੇਸ਼ਰ ਦੀ ਸਿਫਤ ਵਿੱਚ ਲਿਖਦੇ ਨੇ ਕਿ ਜਦੋਂ ਵਾਹਿਗੁਰੂ ਕਿਰਪਾ ਕਰੇ ਪਰਮੇਸ਼ਰ ਕਿਰਪਾ ਦੇ ਘਰ ਵਿੱਚ ਆਵੇ ਜਦੋਂ ਮੇਰਾ ਗੁਰੂ ਚਾਹੇ ਤੇ ਜਿਹੜੇ ਪਿੰਗਲੇ ਨੇ ਜਿਨ੍ਹਾਂ ਤੋਂ ਚੱਲਿਆ ਨਹੀਂ ਜਾ ਸਕਦਾ ਉਹ ਵੱਡੇ ਵੱਡੇ ਪਹਾੜਾਂ ਨੂੰ ਚੜ੍ਹ ਕੇ ਪਾਰ ਕਰ ਸਕਦੇ ਨੇ। ਜਦੋਂ ਗੁਰੂ ਕਿਰਪਾ ਕਰੇ ਜਿਹੜੇ ਬੋਲਣ ਦੇ ਯੋਗ ਨਹੀਂ ਗੂੰਗੇ ਨੇ ਉਹ ਬੋਲਦੇ ਨੇ,
और ਵੱਡੇ ਵੱਡੇ ਚਤੁਰ ਵਿਦਵਾਨਾਂ ਦੀ ਤਰ੍ਹਾਂ ਬੋਲਦੇ ਨੇ। ਪੂਰੇ ਸਤਿਗੁਰੂ ਜੀ ਨੇ ਪਾਵਨ ਬਚਨ ਬਾਣੀ ਦੇ ਵਿੱਚ ਕਹੇ ਨੇ ਕਿ ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਗੀਤਾ। ਧੰਨ ਗੁਰੂ ਅਰਜਨ ਦੇਵ ਜੀ ਦੇ ਪਾਵਨ ਬਚਨ ਨੇ ਕਿ ਜਦੋਂ ਮੇਰਾ ਗੁਰੂ ਕਿਰਪਾ ਕਰੇ, ਦੇਖੋ ਜਿਨ੍ਹਾਂ ਦੇ ਕੋਲ ਲੱਤਾਂ ਨਹੀਂ, ਚੱਲ ਨਹੀਂ ਸਕਦੇ, ਉਹ ਪਹਾੜ ਪਾਰ ਕਰ ਜਾਂਦੇ ਨੇ। ਜਿਨ੍ਹਾਂ ਨੂੰ ਲੋਕ ਛੱਜੂ ਚਿਵਰ ਵਰਗੇ ਨੂੰ ਗੂੰਗਾ ਤੇ ਬੌਰਾ ਕਹਿੰਦੇ ਸਨ, ਜਦੋਂ ਗੁਰੂ ਉਹਨਾਂ 'ਤੇ ਕਿਰਪਾ ਕਰਦੇ, ਫਿਰ ਉਹਨਾਂ ਵਰਗੇ ਵੱਡੇ ਵੱਡੇ ਵਿਦਵਾਨਾਂ ਦੀ ਤਰ੍ਹਾਂ, ਸਿਆਣਿਆਂ ਦੀ ਤਰ੍ਹਾਂ ਤੇ ਚਤੁਰ ਦੀ ਤਰ੍ਹਾਂ ਬਗਤੇ ਬਣ ਜਾਂਦੇ ਨੇ, ਬੋਲਦੇ ਨੇ। ਅਣਤ ਦੇਸ ਸਤਿਗੁਰੂ ਸਿਧਾਰੇ, ਸੰਤ ਮੰਦ ਮਤ ਜਹੇ ਉਧਾਰੇ। ਕਵੀ ਰਾਜ ਅੱਗੇ ਲਿਖ ਰਹੇ ਨੇ ਕਿ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਸ ਮੁਨਾਫਿਕ ਦੇਸ਼ ਤੋਂ ਹੁਣ ਉਸ ਤੋਂ ਅੱਗੇ ਕਿਸੇ ਹੋਰ ਦੇਸ਼ ਵੱਲ ਚੱਲੇ, ਜਿਸ ਦੇਸ਼ ਦਾ ਨਾਮ ਹਾਰੂ ਦੇਸ਼ ਹੈ। ਹੁਣ ਸਤਿਗੁਰੂ ਜੀ ਹੌਲੀ ਹੌਲੀ ਹਾਰੂ ਦੇਸ਼ ਦੇ ਰਸਤੇ ਚੱਲ ਪਏ। ਮੈਂ ਪੁੰਨ ਦੁਤਿਆ ਸੰਗ ਮਰਦਾਨਾ, ਅਨੁਸਾਰੀਅਨ ਕਰੇ ਪਿਆਨਾ। ਤੇ ਭਾਈ ਬਾਲਾ ਜੀ ਕਹਿੰਦੇ ਨੇ, ਇਹ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਜੀ, ਕਿਉਂਕਿ ਸਤਿਗੁਰੂ ਜੀ ਨੂੰ ਕਥਾ ਸੁਣਾ ਰਹੇ ਨੇ ਕਿ ਮੈਂ ਤੇ ਦੂਜਾ ਮੇਰੇ ਨਾਲ ਭਾਈ ਮਰਦਾਨਾ, ਅਸੀਂ ਦੋਵੇਂ ਸਤਿਗੁਰੂ ਜੀ ਦੀ ਆਗਿਆ ਵਿੱਚ ਉਹਨਾਂ ਦੇ ਨਾਲ ਨਾਲ ਉਹਨਾਂ ਦੇ ਪਿੱਛੇ ਪਿੱਛੇ ਚੱਲ ਪਏ। ਮਾਰਗ ਚਲਤ ਗ੍ਰਾਮ ਇੱਕ ਹੇਰਾ, ਤਾਹੇ ਤਰ ਕੇ ਤਰ ਕੀਨ ਬਸੇਰਾ। ਹੁਣ ਹਾਰੂ ਦੇਸ਼ ਨੂੰ ਜਾਂਦੇ ਆ, ਭਾਈ ਬਾਲਾ ਜੀ ਕਹਿੰਦੇ ਨੇ ਕਿ ਰਸਤੇ ਵਿੱਚ ਇੱਕ ਸਤਿਗੁਰੂ ਜੀ ਨੇ ਪਿੰਡ ਵੇਖਿਆ, ਤੇ ਪਿੰਡ ਦੇ ਵਿੱਚ ਨਹੀਂ ਗਏ, ਪਿੰਡ ਦੇ ਬਾਹਰ ਬਾਹਰ ਰੁੱਖ ਦੇ ਥੱਲੇ ਆਪਣਾ ਬਸੇਰਾ ਜਿਹੜਾ ਕਰ ਲਿਆ। ਸੰਤ ਜਾਨ ਤਹਿ ਨਾਰੇ ਆਏ, ਹਿਰਦੇ ਭਾਉ ਤਾਰ ਸੀਸ ਝੁਕਾਏ। ਉਸ ਰੁੱਖ ਦੇ ਥੱਲੇ ਬੈਠ ਕੇ ਜਦੋਂ ਸਤਿਗੁਰੂ ਜੀ ਕਹਿੰਦੇ ਨੇ ਮਰਦਾਨੇ ਤਾਰ ਛੇ, ਕੋਈ ਸਿਫਤ ਕਰੀਏ ਉਸ ਰੱਬ ਦੇ ਨਾਮ ਵਾਲੀ। ਸਤਿਗੁਰੂ ਜੀ ਨੇ ਜਦੋਂ ਉੱਥੇ ਬੈਠ ਕੇ ਕੀਰਤਨ ਕੀਤਾ ਹੈ, ਤੇ ਉਸ ਮਿੱਠੇ ਤੇ ਰਸ ਭਰੀ ਆਵਾਜ਼ ਨੂੰ ਜਿਨ੍ਹਾਂ ਜਿਨ੍ਹਾਂ ਨੇ ਸੁਣਿਆ, ਪਿੰਡ ਦੇ ਲੋਕ ਸਤਿਗੁਰੂ ਜੀ ਨੂੰ ਇੱਕ ਸੰਤ ਜਾਣ ਕੇ ਔਰ ਆਪਣੇ ਅੰਦਰ ਇੱਕ ਪ੍ਰੇਮ ਧਾਰਨ ਕਰਕੇ ਗੁਰੂ ਸਾਹਿਬ ਨੂੰ ਆ ਕੇ ਸਭ ਨੇ ਸੀਸ ਝੁਕਾਇਆ। ਅਨ ਆਨ ਦੀਨੋ ਹਿਤ ਅਸਨਾ, ਬਿਨੈ ਯੁਗਤ ਬਾਣੀ ਪਨ ਰਸਨਾ। ਕਿਸੇ ਨੇ ਆਪਣੇ ਘਰੋਂ ਲਿਆ ਕੇ ਕੁਝ ਛਕਣ ਵਾਸਤੇ ਪ੍ਰਸ਼ਾਦਾ, ਅੰਨ ਪਾਣੀ ਜੋ ਤਿਆਰ ਸੀ ਉਹ ਲਿਆ ਕੇ ਦਿੱਤਾ ਹੈ, ਤੇ ਨਾਲ ਹੀ ਬੇਨਤੀ ਕਰਦੇ ਨੇ, ਹੱਥ ਜੋੜ ਕੇ ਕਹਿੰਦੇ ਨੇ, ਤਿਨ ਕੇ ਬਿਨਾ ਸਰੋਣ ਧਰ ਪੂਰੇ, ਨੈਣ ਕੋਹ ਕਰਨਾ ਜਨ ਪੂਰੇ। ਹੁਣ ਸਤਿਗੁਰੂ ਜੀ ਨੇ ਉਹਨਾਂ ਦੀ ਸਾਰੀ ਬੇਨਤੀ ਨੂੰ ਧਿਆਨ ਦੇ ਨਾਲ ਸੁਣਿਆ। ਉਹ ਸਤਿਗੁਰੂ ਜਿਨ੍ਹਾਂ ਦੀ ਅੱਖਾਂ ਦੇ ਵਿੱਚ, ਜਿਨ੍ਹਾਂ ਦੀ ਦ੍ਰਿਸ਼ਟੀ ਦੇ ਵਿੱਚ ਪੂਰੀ ਮਿਹਰ ਹੈ, ਪਿੰਡ ਦੇ ਉਹਨਾਂ ਲੋਕਾਂ ਵੱਲੇ ਪੂਰੀ ਕਿਰਪਾ ਦੀ ਦ੍ਰਿਸ਼ਟੀ ਨਾਲ ਗੁਰੂ ਸਾਹਿਬ ਜੀ ਵੇਖ ਰਹੇ ਨੇ। ਕਿਤਕ ਦਿਵਸ ਕੀਨੋ ਸਿਵਰ, ਕਰਨ ਨਰਨ ਕਲਿਆਣ। ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਗੁਰੂ ਸਾਹਿਬ ਜੀ ਨੇ ਇਸ ਪਿੰਡ ਵਿੱਚ ਕਈ ਦਿਨ ਆਪਣਾ ਡੇਰਾ ਕੀਤਾ, ਤੁਸੀਂ ਰੁੱਖ ਦੇ ਥੱਲੇ ਰਹੇ। ਔਰ ਇਹ ਪਿੰਡ ਦੇ ਲੋਕਾਂ ਦਾ ਭਲਾ ਕਰਨ ਲਈ ਗੁਰੂ ਸਾਹਿਬ ਜੀ ਨੇ ਕਈ ਦਿਨ ਇੱਥੇ ਡੇਰਾ ਲਾ ਕੇ ਰੱਖਿਆ। ਲੋਕਾਂ ਨੇ ਆਉਣਾ, ਸਵੇਰੇ ਵੀ ਸ਼ਾਮੀ ਆ ਕੇ ਕੀਰਤਨ ਸੁਣਨਾ, ਗੁਰੂ ਸਾਹਿਬ ਤੋਂ ਬਚਨ ਸੁਣਨੇ, ਕਥਾ ਸੁਣਨੀ। ਰਾਜ ਰਿਖੇ ਸਿੱਖਣ ਸੁਗਦ, ਜਹ ਦਰਸ਼ਨ ਅਗਹਾਨ। ਤੇ ਜਿਹੜੇ ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨ, ਚਾਹੇ ਕੋਈ ਰਾਜਾ ਹੋਵੇ, ਕੋਈ ਰਿਖੀ ਹੋਵੇ, ਆਮ ਮਨੁੱਖ ਹੋਵੇ, ਸਭ ਨੂੰ ਸੁੱਖ ਦਿੰਦੇ ਨੇ। ਜਿਨ੍ਹਾਂ ਦੇ ਦਰਸ਼ਨ ਕਰਕੇ ਸਾਰੇ ਪਾਪ ਦੂਰ ਹੁੰਦੇ ਨੇ, ਉਹ ਵੱਡੇ ਭਾਗਾਂ ਵਾਲੇ ਪਿੰਡ ਦੇ ਸਾਰੇ ਲੋਕ ਆਉਂਦੇ ਨੇ, ਗੁਰੂ ਸਾਹਿਬ ਦੇ ਦਰਸ਼ਨ ਕਰਦੇ ਨੇ। ਬਾਸਰ ਕੇ ਤਕ ਬਤੀਤੇ ਜਬਹਿ, ਸੇਵੇਂ ਪ੍ਰੇਤ ਧਾਰ ਉਰ ਸਭਹਿ।
ਕਹਿੰਦੇ ਗੁਰੂ ਸਾਹਿਬ ਜੀ ਨੂੰ ਕਈ ਦਿਨ ਉੱਥੇ ਰਹਿੰਦੇ ਬਤੀਤ ਹੋ ਗਏ, ਅਤੇ ਜਿੰਨੇ ਦਿਨ ਜ਼ਿਆਦਾ ਹੋਏ ਨੇ ਉਨੀ ਲੋਕਾਂ ਦੀ ਜਿਹੜੀ ਭਾਵਨਾ ਹੈ, ਪ੍ਰੀਤ ਹੈ, ਉਹ ਗੁਰੂ ਸਾਹਿਬ ਦੇ ਚਰਨਾਂ ਨਾਲ ਵੱਧਦੀ ਜਾਂਦੀ ਹੈ। ਏਕ ਦਿਵਸ ਮਹਿ ਕੀਨ ਤਿਆਰੀ, ਨਿਜ ਨਿਕੇਤ ਕੇ ਸੂਝ ਸੰਭਾਰੀ। ਔਰ ਗੁਰੂ ਸਾਹਿਬ ਜੀ ਪਿੰਡ ਵਾਲੇ ਦੇ ਨਾਲ ਕੋਈ ਬਹੁਤੀ ਗੱਲਬਾਤ ਨਹੀਂ ਕਰਦੇ, ਕੇਵਲ ਗੁਰਮਤਿ ਦੀ, ਪਰਮੇਸ਼ਰ ਦੀ, ਰੱਬ ਦੀ ਗੱਲ ਕਰਦੇ ਨੇ। ਔਰ ਕਈ ਦਿਨ ਇੱਥੇ ਰਹਿਣ ਦਾ ਇੱਕ ਕਾਰਨ ਸੀ। ਉਹ ਦਿਨ ਅੱਜ ਆ ਗਿਆ ਕਿ ਪਿੰਡ ਦੇ ਸਾਰੇ ਲੋਕਾਂ ਨੇ ਆਪਣਾ ਘਰ ਦਾ ਸਾਰਾ ਸਾਜੋ ਸਮਾਨ ਗੱਡਿਆਂ 'ਤੇ ਲੱਦ ਲਿਆ। ਸਾਰੀ ਸਾਜੋ ਸਮੱਗਰੀ ਜਿਹੜੀ ਗੱਡਿਆਂ 'ਤੇ ਲੱਦ ਗਈ। ਪਿੰਡ ਨੂੰ ਜਿਵੇਂ ਸਾਰੇ ਨਗਰ ਨੂੰ ਖਾਲੀ ਕਰਕੇ ਕਿਤੇ ਬਾਹਰ ਚੱਲੇ ਨੇ। ਤਿੰਨ ਕੀਰੇ ਤੇਰ ਕਰ ਸੁਆਮੀ, ਪਣੇ ਬਚਨ ਸ਼ੁਭ ਅੰਤਰਜਾਮੀ। ਹੁਣ ਸਤਿਗੁਰੂ ਜੀ ਤੇ ਅੰਤਰਜਾਮੀ ਨੇ ਸਭ ਕੁਝ ਜਾਣਦੇ ਨੇ, ਪਰ ਸਤਿਗੁਰੂ ਜੀ ਇਹਨਾਂ ਲੋਕਾਂ ਦੇ ਮੂੰਹੋਂ ਸੁਣਨਾ ਚਾਹੁੰਦੇ ਨੇ। ਇਹਨਾਂ ਦੀ ਸਾਰੀ ਤਿਆਰੀ ਵੇਖ ਕੇ ਕਿ ਸਾਜੋ ਸਮਾਨ ਲੱਦਿਆ ਕਿੱਥੇ ਹੈ, ਘਰ ਸਾਰੇ ਖਾਲੀ ਕਰ ਦਿੱਤੇ ਨੇ। ਕਸ਼ਟਨ ਬਿਖੈ ਸੋਝ ਤੁਮ ਪਾਈ, ਗ੍ਰਾਮ ਤਿਆਗ ਗਮਣੇ ਕਿਹ ਥਾਈ। ਸਤਿਗੁਰੂ ਜੀ ਕਹਿੰਦੇ ਨੇ ਭਾਈ ਤੁਸੀਂ ਸਾਰੇ ਸਮਾਨ ਗੱਡਿਆਂ 'ਤੇ ਲੱਦ ਲਿਆ, ਸਾਰੇ ਨਗਰ ਨੂੰ, ਪਿੰਡ ਨੂੰ ਤੁਸੀਂ ਖਾਲੀ ਕਰਕੇ, ਘਰਾਂ ਨੂੰ ਖਾਲੀ ਕਰਕੇ ਚੱਲੇ ਕਿੱਥੇ? ਤੁਹਾਡੀਆਂ ਜ਼ਮੀਨਾਂ ਇੱਥੇ ਨੇ, ਘਰ ਇੱਥੇ ਨੇ, ਅਤੇ ਕੋਈ ਵੀ ਇੱਥੇ ਨਹੀਂ ਰਹੇਗਾ। ਸਾਰਾ ਸਮਾਨ ਜਿੰਨਾ ਡੰਗਰ ਵੱਛਾ ਸਾਰਾ ਨਾਲ ਲੈ ਲਿਆ ਹੈ। ਕਿਹ ਦੁੱਖ ਤੇ ਕਰ ਸਦਨ ਉਜਾਰਾ, ਚੱਲੇ ਅਣਤ ਯੁੱਤ ਸਭ ਪਰਿਵਾਰਾ। ਸਤਿਗੁਰੂ ਜੀ ਕਹਿੰਦੇ ਨੇ ਭਾਈ ਤੁਹਾਨੂੰ ਕੋਈ ਦੁੱਖ ਹੈ? ਕਿਹੜੇ ਦੁੱਖ ਕਰਕੇ ਸਾਰੇ ਪਿੰਡ ਨੂੰ ਤੁਸੀਂ ਉਜਾੜ ਕੇ ਚੱਲੇ ਜੀ? ਸਾਰੇ ਪਰਿਵਾਰ ਦੇ ਜੀ ਲੈ ਕੇ ਚੱਲੇ ਕਿੱਥੇ? ਕਿਦੋਂ ਭਇਓ ਭੈ ਭੂਪਤ ਕਾਕੋ, ਤੁਮੇ ਵਿਗੜ ਕੋ ਕਹੀਏ ਤਾਕੋ। ਸਤਿਗੁਰੂ ਜੀ ਕਹਿੰਦੇ ਨੇ ਕਿ ਭਾਈ ਤੁਹਾਨੂੰ ਇੱਥੋਂ ਦੇ ਰਾਜੇ ਦਾ ਕੋਈ ਡਰ ਹੈ ਕਿ ਰਾਜਾ ਜਿਹੜਾ ਤੁਹਾਡੀ ਲੁੱਟ ਜਾਂਦੀ ਕਰਦਾ ਹੈ, ਸਤਾਉਂਦਾ ਜਾਂਦਾ ਹੈ, ਕਿ ਜਾਂ ਤੁਹਾਨੂੰ ਕੋਈ ਹੋਰ ਦੁੱਖ ਹੈ? ਕਿਉਂਕਿ ਕੋਈ ਨਾ ਕੋਈ ਦੁੱਖ ਤਾਂ ਹੈ ਜਿਹੜੇ ਘਰ ਹੀ ਆਪਣੇ ਉਜਾੜ ਕੇ ਸਾਰੀ ਚੱਲੇ। ਸੁਣ ਕਰ ਸਿਰੇ ਗੁਰ ਕੇ ਬਚਨ, ਮਾਨਵ ਜੁਗ ਕਰ ਬੰਦ। ਧੰਨ ਗੁਰੂ ਨਾਨਕ ਸਾਹਿਬ ਦੇ ਬਚਨ ਸੁਣ ਕੇ ਫਿਰ ਉਹਨਾਂ ਲੋਕਾਂ ਨੇ ਹੱਥ ਜੋੜੇ ਅਤੇ ਹੱਥ ਜੋੜ ਕੇ ਖਲੋ ਗਏ। ਖਲੋਤਿਆਂ ਨੇ ਉੱਥੇ ਹੱਥ ਜੋੜ ਕੇ ਬੇਨਤੀ ਕੀਤੀ, ਨਿਜ ਬਿਰਥਾ ਭਾਗਤ ਪਏ, ਅਗਰਜ ਦੋਖ ਨਿਕੰਦ। ਅਤੇ ਆਪਣੀ ਜਿਹੜੀ ਬਿਰਥਾ ਹੈ, ਆਪਣਾ ਦੁੱਖ ਹੈ, ਉਹ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਸੁਣਾਉਣ ਲੱਗੇ। ਸੁਣੋ ਸੁਖਤ ਜੇ ਸ੍ਰੀ ਗੁਰੂ ਨਾਨਕ, ਲਗੇ ਅਗਣ ਇਸ ਗ੍ਰਾਮ ਅਚਾਨਕ। ਇਹ ਲੋਕ ਕਹਿੰਦੇ ਨੇ ਇਹ ਸੁੱਖਾਂ ਦੇ ਦਾਤੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਫਿਰ ਸੁਣੋ ਸਾਡੇ ਪਿੰਡ ਵਿੱਚ ਇਸ ਮਹੀਨੇ ਅਚਾਨਕ ਅੱਗ ਲੱਗ ਜਾਂਦੀ ਹੈ। ਸਮਝ ਨਹੀਂ ਆਉਂਦੀ ਕਿਵੇਂ ਲੱਗਦੀ ਹੈ, ਪਰ ਲੱਗਦੀ ਜ਼ਰੂਰ ਹੈ। ਕੱਲ੍ਹ ਮਹੀਨਾ ਚੜ੍ਹਦਾ ਹੈ ਔਰ ਮਹੀਨੇ ਦੇ ਪਹਿਲੇ ਦਿਨ ਅੱਗ ਲੱਗ ਜੇ, ਮਹੀਨੇ ਦੇ ਅਖੀਰਲੇ ਦਿਨ ਅੱਗ ਲੱਗ ਜੇ, ਜਾਂ ਵਿੱਚ ਵਿਚਾਲੇ ਕਿਸੇ ਵੀ ਦਿਨ ਰਾਤ ਨੂੰ ਅੱਗ ਲੱਗਦੀ ਹੈ। ਅਤੇ ਜਦੋਂ ਅੱਗ ਲੱਗਦੀ ਸਾਰੇ ਘਰ ਸੜ ਜਾਂਦੇ ਨੇ। ਕਈ ਸਾਡੇ ਬੱਚੇ ਬਜ਼ੁਰਗ ਵੀ ਇਸ ਅੱਗ ਦੇ ਵਿੱਚ ਸੜ ਕੇ ਮਰੇ। ਇਸ ਦੁੱਖ ਤੇ ਹਮ ਅਣਤ ਪਧਾਰੇ, ਬਹੁਰ ਆਏ ਕਰ ਹੈ ਕਰ ਬਾਰੇ। ਬਸ ਸਤਿਗੁਰੂ ਜੀ ਇਹ ਦੁੱਖ ਹੈ ਕਿ ਇਹ ਜਿਹੜਾ ਮਹੀਨਾ ਹੈ, ਇਹ 6ਵਾਂ ਮਹੀਨਾ ਦੱਸਦੇ ਨੇ ਜੂਨ ਦਾ, ਕਿ ਪਤਾ ਨਹੀਂ, ਸਮਝ ਨਹੀਂ ਲੱਗਦੀ ਅੱਗ ਲੱਗਦੀ ਕਿਵੇਂ ਹੈ। ਇਸੇ ਕਰਕੇ ਅਸੀਂ ਇਸ ਘਰ ਨੂੰ, ਪਿੰਡ ਦੇ ਸਾਰੇ ਘਰ ਖਾਲੀ ਕਰਕੇ, ਪਿੰਡ ਨੂੰ ਖਾਲੀ ਕਰਕੇ ਚੱਲੇ। ਇਹ ਮਹੀਨਾ ਲੰਘੇਗਾ, ਉਦੋਂ ਤੱਕ ਇਹ ਘਰ ਸਾਰੇ ਸੜ ਜਾਣੇ ਨੇ, ਕਿਉਂਕਿ ਬਣਾਈ ਅਸੀਂ ਢੰਗ ਦਿੰਦੇ। ਮਹੀਨੇ ਤੋਂ ਬਾਅਦ ਦੁਬਾਰੇ ਫਿਰ ਆਵਾਂਗੇ, ਫਿਰ ਘਰ ਬਣਾਵਾਂਗੇ, ਫਿਰ ਘਰ ਨੂੰ ਸੰਭਾਲਾਂਗੇ। ਛਟੇ ਮਾਸ ਇੱਕ ਬਾਸੁਰ ਮਾਹੀ,
ਅਗਨ ਸੰਗ ਜਾਵੇਂ ਕੋ ਦਾਹੀ, ਕਿਉਂਕਿ ਇਹ ਜਿਹੜਾ 6ਵਾਂ ਮਹੀਨਾ ਹੈ ਸਤਿਗੁਰੂ ਜੀ ਕਦ ਚੜ੍ਹਦਾ, ਇਹਦੇ 6ਵੇਂ ਮਹੀਨੇ ਦੀ ਇੱਕ ਰਾਤ ਹੈ, ਉਹ ਪਤਾ ਨਹੀਂ ਕਿਹੜੀ ਰਾਤ ਜਿਹੜੀ ਮਾੜੇ ਭਾਗਾਂ ਵਾਲੀ ਆਉਂਦੀ ਕਿ ਸਾਡੇ ਸਾਰੇ ਘਰ ਸੜ ਜਾਣੇ। ਕੇਤਕ ਦਿਵਸ ਸਤਨ ਕਹਿ ਤਜ ਕੈ, ਬਸ ਹੈ ਅਨੰਤ ਗ੍ਰਾਮ ਭੈ ਭਜ ਕੈ। ਬਸ ਸਤਿਗੁਰੂ ਜੀ ਇਸੇ ਕਰਕੇ ਇਹ 30-31 ਦਿਨ ਜਿਹੜਾ ਮਹੀਨਾ ਹੈ, ਇਹ ਸਾਰੇ ਆਪਣੇ ਘਰ ਨਗਰ ਨੂੰ ਛੱਡ ਕੇ, ਪਿੰਡ ਨੂੰ ਛੱਡ ਕੇ ਕਿਸੇ ਹੋਰ ਪਿੰਡ ਵਿੱਚ ਜਾ ਕੇ ਵਸਣ, ਕਿਉਂਕਿ ਇਸ ਅੱਗ ਦਾ ਸਾਡੇ ਅੰਦਰ ਭੈ ਹੀ ਬੜਾ ਬੈਠਾ ਹੈ। ਪੂਰੇ ਲੱਗਦੇ ਹਰ ਸਾਲ ਹੈ। ਇਸ ਮਹੀਨੇ ਦੇ ਵਿੱਚ ਕਦੇ ਉਹ ਦਿਨ ਖਾਲੀ ਨਹੀਂ ਗਿਆ ਕਿ ਮਹੀਨੇ ਵਿੱਚ ਜਿਹੜੀ ਇੱਕ ਵਾਰੀ ਅੱਗ ਨਾ ਲੱਗੇ। ਆਪ ਚਲੋ ਜੇ ਸੰਗ ਹਮਾਰੇ, ਸੇਵੇਂ ਸਭ ਬਿਦ ਚਰਨ ਤੁਮਹਾਰੇ। ਹੁਣ ਇਹ ਹੱਥ ਜੋੜ ਕੇ ਕਹਿੰਦੇ ਨੇ ਸਤਿਗੁਰੂ ਜੀ ਅਸੀਂ ਤਾਂ ਤੁਹਾਨੂੰ ਬੇਨਤੀ ਕਰਦੇ ਹਾਂ, ਭਾਵੇਂ ਤੁਹਾਡਾ ਡੇਰਾ ਪਿੰਡ ਤੋਂ ਬਾਹਰ ਹੈ, ਪਰ ਹੈ ਤਾਂ ਫਿਰ ਵੀ ਪਿੰਡ ਦੇ ਜੂ ਵਿੱਚ, ਕਿਤੇ ਹੋਵੇ ਨਾ ਕਿ ਅੱਗੇ ਤੋਂ ਤੱਕ ਵੀ ਆਵੇ, ਇੱਥੇ ਵੀ ਲੱਗੇ। ਅਤੇ ਸਾਡੀ ਬੇਨਤੀ ਹੈ ਤੁਸੀਂ ਵੀ ਸਾਡੇ ਨਾਲ ਚੱਲੋ, ਅਸੀਂ ਤੁਹਾਡੀ ਬੜੇ ਪ੍ਰੇਮ ਭਾਵਨਾ ਨਾਲ ਸੇਵਾ ਕਰਾਂਗੇ। ਸੰਤ ਰੂਪ ਤੁਮ ਪਰ ਉਪਕਾਰੇ, ਪੁਨ ਇੱਛਾ ਜੋ ਕਰੋ ਤੁਮਾਰੀ। ਬਾਕੀ ਕਹਿੰਦੇ ਨੇ ਸਤਿਗੁਰੂ ਜੀ ਤੁਸੀਂ ਸੰਤ ਸਰੂਪ ਹੋ, ਪਰ ਉਪਕਾਰੀ ਹੋ, ਪਰ ਉਪਕਾਰੀ ਕਰਨ ਵਾਸਤੇ ਆਏ। ਅੱਗੇ ਇੱਛਾ ਤੁਹਾਡੀ ਹੈ ਕਿ ਸਾਡੇ ਨਾਲ ਤੁਸੀਂ ਜਾਣਾ ਹੈ, ਪਰ ਸਾਡੀ ਤਾਂ ਬੇਨਤੀ ਹੈ ਕਿ ਇਸ ਮਹੀਨੇ ਵਿੱਚ ਇਸ ਪਿੰਡ ਦੇ ਨੇੜੇ ਤੇੜੇ ਰਹਿਣੇ ਨਹੀਂ ਚਾਹੀਦਾ, ਕਿਉਂਕਿ ਹੁਣ ਉਹਨਾਂ ਲੋਕਾਂ ਨੂੰ ਪਤਾ ਨਹੀਂ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੇ ਪੂਰੇ ਸੰਸਾਰ ਦੇ ਜਗਤ ਜਲੰਧਰ ਦੀ ਅੱਗ ਬੁਝਾਉਣ ਵਾਸਤੇ ਆਏ। ਇਹ ਜਿਹੜੀ ਅੱਗ ਕੇਵਲ ਬਾਹਰ ਦੀ ਨਹੀਂ, ਇਹ ਅੰਦਰ ਵੀ ਅੱਗ ਚੱਲਦੀ ਹੈ। ਔਰ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਬਚਨ ਨੇ, ਅੱਗ ਵੀ ਕਹਿੰਦੇ ਇੱਕ ਤਰ੍ਹਾਂ ਦੀ ਨਹੀਂ, ਮਨੁੱਖ ਦੇ ਅੰਦਰ ਤੇ 4 ਤਰ੍ਹਾਂ ਦੀਆਂ ਅੱਗ ਦੀਆਂ ਨਦੀਆਂ ਭਰ ਕੇ ਚੱਲਦੀਆਂ ਨੇ। ਔਰ ਮੇਰੇ ਗੁਰੂ ਸਾਹਿਬ ਜੀ ਨੇ ਜਿਨ੍ਹਾਂ ਨੂੰ ਸਿੱਖੀ ਦੀ ਦਾਲ ਦਿੱਤੀ, ਉਹਨਾਂ ਦੇ ਅੰਦਰੋਂ ਇਹ ਅੱਗ ਬੁਝਾਈ। ਗੁਰੂ ਸਾਹਿਬ ਦਾ ਇੱਕ ਪਾਵਨ ਬਚਨ ਹੈ, ਹੰਸ ਹੇਤ ਲੋਭ ਕੋਪ, ਚਾਰੇ ਨਦੀਆਂ ਅੱਗ ਹੰਸ। ਕਿਸੇ 'ਤੇ ਹਿੰਸਾ ਕਰਨੀ, ਜ਼ੁਲਮ ਕਰਨਾ, ਇਹ ਜਿਹੜਾ ਕਿਸੇ ਦੇ ਨਾਲ ਹੇਤ ਕਰਨਾ, ਮਮਤਾ, ਇਹ ਲੋਭ ਹੈ, ਕ੍ਰੋਧ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ 4 ਤਰ੍ਹਾਂ ਦੀਆਂ ਨਦੀਆਂ ਅੱਗ ਦੇ ਨਾਲ ਭਰ ਕੇ ਚੱਲ ਰਹੀਆਂ ਨੇ, ਹਰ ਵੇਲੇ ਚੱਲ ਰਹੀਆਂ ਨੇ। ਔਰ ਜਿਹੜਾ ਇਹ ਅੱਗ ਦੀ ਨਦੀ ਵਿੱਚ, ਕਿਸੇ ਵੀ ਅੱਗ ਦੀ ਨਦੀ ਵਿੱਚ ਡੁੱਬ ਜੇ ਤੇ ਸਤਿਗੁਰੂ ਜੀ ਕਹਿੰਦੇ ਨੇ ਕਦੇ ਵਿਚਾਰ ਕਰਕੇ ਦੇਖੋ ਬਚੇਗਾ। ਸਾਡੇ ਅੰਦਰ ਚੱਲ ਹੀ ਰਹੀ ਹੈ, ਪਰ ਗੁਰੂ ਸਾਹਿਬ ਦੇ ਨਾਲ ਕਿਰਪਾ ਕੀਤੀ, ਕਹਿੰਦੇ ਪਵਹਿ ਤਜੈ ਨਾਨਕਾ, ਤਰੀਐ ਚਰਣੀ ਲੱਗ, ਤਰੀਐ ਕਰਮੀ ਲੱਗ। ਗੁਰੂ ਦੀ ਬਖਸ਼ਿਸ਼ ਹੋਵੇ, ਗੁਰੂ ਦੇ ਚਰਨਾਂ ਨਾਲ ਲੱਗ ਜੇ ਤੇ ਫਿਰ ਇਹ ਅੱਗ ਦੀਆਂ ਨਦੀਆਂ ਭਾਵੇਂ ਚੱਲਦੀਆਂ ਵੀ ਰਹਿਣ, ਇਹਦੇ ਵਿੱਚ ਫਿਰ ਕਦੇ ਡੁੱਬੇਗਾ ਨਹੀਂ, ਸੜੇਗਾ ਨਹੀਂ। ਇਹ ਅੱਗ ਦੀਆਂ ਨਦੀਆਂ ਤੈਨੂੰ ਭੂ ਨਹੀਂ ਸਕਣਗੀਆਂ, ਪਰ ਕਿਉਂਕਿ ਇਹਨਾਂ ਨੂੰ ਸਮਝ ਨਹੀਂ, ਕਹਿੰਦੇ ਸਤਿਗੁਰੂ ਜੀ ਕਿਤੇ ਅੱਗ ਤੁਹਾਨੂੰ ਨਾ ਸੜ ਦੇ, ਕਿਰਪਾ ਕਰੋ ਸਾਡੇ ਨਾਲ ਚੱਲੋ। ਦੋਹਰਾ ਕਰਨਾ ਕਰ ਬੋਲੇ ਬਚਨ, ਸਿਰੇ ਬੇਦੇ ਕੁਲਕੇਤ, ਧਾਰੋ ਸਿੱਖੇ ਗੁਰੂ ਕੇ, ਪੁਨ ਨਹਿ ਜਲੇ ਨਿਕੇਤ। ਇਹ ਸੁਣ ਕੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ। ਕਹਿੰਦੇ ਭਾਈ ਤੁਸੀਂ ਇੱਕ ਕੰਮ ਕਰ ਲਓ, ਸਾਡਾ ਬਚਨ ਮੰਨੋ ਕਿ ਤੁਹਾਡੇ ਘਰ ਜਿਹੜੇ ਨੇ, ਨਗਰ, ਇਹ ਜਿਹੜਾ ਪਿੰਡ ਹੈ ਕਦੇ ਨਹੀਂ ਸੜੇਗਾ। ਬਸ ਇੱਕ ਕੰਮ ਕਰੋ। ਅਤੇ ਸਤਿਗੁਰੂ ਜੀ ਕੰਮ ਕਿਹੜਾ ਹੈ? ਕਹਿੰਦੇ ਗੁਰੂ ਦੀ ਸਿੱਖੀ ਧਾਰਨ ਕਰੋ, ਗੁਰੂ ਦੇ ਸ਼ਬਦ ਨੂੰ ਕਮਾਓ, ਤੁਹਾਡੇ ਘਰ ਕਦੇ ਨਹੀਂ ਸੜਨਗੇ। ਅਤੇ ਸਿੱਖੀ ਕਮਾਉਣੀ ਕਿਵੇਂ ਹੈ? ਸਤਿਨਾਮ ਕੋ ਜਾਪ ਜਪੀਜੈ, ਔਰ ਤੇ ਡਰ ਕੋ ਦੂਰ ਕਰੀਜੈ। ਸਤਿਨਾਮ ਵਾਹਿਗੁਰੂ ਦਾ ਜਾਪ ਜਪੋ, ਉਹ ਜਿਹੜਾ ਨਿਰਭਉ ਹੈ ਉਹਨੂੰ ਜਪੋ, ਅਤੇ ਨਿਰਭਉ ਨੂੰ ਜਪ ਜਪ ਕੇ ਆਪਣੇ ਅੰਦਰ ਦੇ ਭੈ ਨੂੰ ਵੀ ਦੂਰ ਕਰ ਦਿਓ।
किसी तरह डर ना अंदर रखो, अंदर ना रखो। मन बांछत सुख पाए कनेरे, बसो शांत सो अपने डेरे। सतगुरु जी कहते हैं भाई तुहाडे घर नहीं सड़नगे, फिर एक तो घर नहीं सड़नगे, उतों सतनाम वाहिगुरू का सिमरन जपोगे, सिमरन करोगे, तो फिर जो भी मन की इच्छा होगी, मन बांछत सुख पाए कनेरे, बड़े सुख मिलेंगे, सुख नाल अपने घर बसोगे। क्योंकि बड़ा औखा है, हर साल घर सड़ जाना, भावें कखा के बने हो, हर साल दोबारे नवें सिरों बनाना, नवें सिरों वसाउना। कि अज तुसीं छड्ड के जाओगे, कल तुहाडे धीआं पुत्तर छड्ड के जाणगे, कि पुत्ते पुत्रियां वो छड्ड के जाणगे। ये कदों तक घर नूं छड्ड के बाहर जाओगे? सतगुरु कहंदे घरां दे विच वसो ते सुख नाल वसो, अग साड़ेगी। अब ते लगे ना अगन अगारी, धर्मसाल सुठ रचो सुवारी। सतगुरु जी कहते हैं अज तो बाद कदे अग नहीं लगेगी, घर नहीं सड़नगे। तुहाडे किसी घर का कोई समान, कोई जी, कोई डंगर माल, किसी को कोई नुकसान नहीं पहुँचेगा। बस अज तो ये काम करो, एक सोहनी जी धर्मशाला बनाओ पिंड विच। संत अथित के कीजै सेवा, महिमा कीरत लख भेवा। ते धर्मशाला बना के दूसरा काम ये करना है, जिथे सवेरे शाम को संगत करनी है, उत्थे पिंड विच तुहाडे घर विच कोई संत रूप आ जाए, कोई मेहमान आ जाए, कोई राही लंघदा टपदा आ जाए, तो किसी भी घर दे विचों भुखा नहीं जाना चाहिए। बस उस रब नूं जान के कि रब ही आ गया है, हर किसी दे विच है, उनकी सेवा करनी है। सुनकार धर हरख विसाला, सिखे ग्रहण करे तत्काला। क्योंकि सिखी केवल एको वारी नहीं, गुरु साहब नूं कई दिन इत्थे हो गए। और धन गुरु नानक साहब सच्चे पातशाह जी फिर जो आप वचन करते हो, तो सुनने वाले के अंदर ठंड किन्नी कु पैंदी होगी, भावें वो कुछ नहीं जानते कि गुरु साहब जी कित्थों के रहने वाले ने, कौन ने। बस इन्ना जानते हैं कि जिन्हों के जबान दे विच इन्ना रस है कि जदों कीर्तन करते हैं निरा ही अमृत चुंदा है। जदों विचार सानूं बख्शते हैं तो मुख दे विचों अमृत ही निकलता है। उन्होंने सारे गुरु साहब के बचनों पर भरोसा कर लिया, बड़े खुश हुए, सारे हाथ जोड़ के कहते हैं सतगुरु जी कृपा करो, फिर हुणे बख्शे, सिखे दे दात हुणे बख्शे। सिखे ग्रहण करी तत्काला, उस वेले गुरु साहब के चरण पौ लैके सिखे धारण की। गमन नकेन ग्राम जे अन्ना, मान सुबचन वसे निज थाना। कहते उन्होंने सारा समान जिहड़ा गड्डिया ते लद्या सी ना, पिंड छड्ड के बाहर चले सन। हुण उन्होंने पिंड तो बाहर जाना जिहड़ा अपना कैंसल कर दिता, गड्ढे वापस घरां नूं लै गए, अपना साजो समान घरां दे विच जा के फिर टिका दिता। दोहरा सब संभार संभार कै, सिरे नानक टिकियान। कहते अपना साजो समान सारा घर दे विच रख के ना घरां च, पिंड दे लोग वापस फिर सतगुरु के चरणों में आए। राखे डर कर अगन ते उर संदेह को मान, आके फिर बेनती की, सतगुरु जी तुहाडे वचन मन ले, पर हटे जिहड़ा ये अग का डर है ना मनां विचों गया नहीं। समान तो घर च रख दिता है, क्योंकि जे सड़ेगा तो घट्टो घट्ट समान ही सड़ेगा। बाल बच्चे नूं लैके सारे वापस आ गए कि जीआं का नुकसान तो ना हो। सतगुरु जी इस अग का हजे भी डर अंदरों गया नहीं। सबे नार नार गुर टिक बैसे, नाम जपो ऐसे उपदेसे। तो सतगुरु जी जिन्ने उत्थे नारी पुरुष सन, बच्चे सन, बजुर्ग सन, सतगुरु जी कहते हैं भाई फिर बैठ जाओ, अज इत्थे बैठो।
सारे बैठ के सारी रात अज सतनाम वाहिगुरू का जाप जपो। सतगुरु जी ने उपदेश दिता नाम जपो। ऐसे उपदेश कि अज की रात परमेश्वर के नाम से बैठो जाप जपो। जदों तक जपया जाता उदों तक जपो। धार अगन डार तज निज सदना होए निकट सिर गुरपद पदमा। क्योंकि अग दे डर करके घर में कोई नहीं रहा। घर छड्ड के बाहर खुले दे विच आके सारे नूं रहना मंजूर है कि भावें बच्चे नाल कि सतगुर के चरणों के विच बैठांगे। नींद आएगी इत्थे सोवांगे पर घर नहीं जाना। तब एक दैत रूप बिकरारा आवत नार नारीण निहारा। कहते अद्धे को रात में एक बड़ा वड्डा सारा दैत बड़ा विकराल बड़ा भैड़ा जो उनका रूप है। उन्हें आउंदियां ने जदों देखा कि सारे जिहड़े लोग ने समान फिर घर में रख दिता है। ये सारे जिहड़े ने एक थां ते इकट्ठे होकर बैठ गए ने। इन्हां नूं मेरा डर खत्म हो गया है। पग पताल शेष नभ धारी लोहत समस भयंकर भारी। हुण जिवें दा दैत दस्सिया जाता कविराज ने उवें इत्थे नक्शा खिंच दिता कि उसका वड्डा सारा शरीर है। बड़े गंदे गंदे भैड़े भैड़े जे दंद ने कि डरावनी जो की शक्ल है। नर तब पैसे राखस हेरे अगन नैन की क्रोध कनेरे। तो जो लोगों ने देखा कि कोई राक्षस आ गया अखां दियां लाल सुर्ख अग वर्गियां ने पूरे बड़े गुस्से दे विच आके सारे दे वल्ले वेख रहे हैं। धन गुरु नानक साहब जी वल्ले वेख रहे हैं। डर मम त्याग रहे एह थाई तजो नया बेन ले चबाई। कि वो दैत इन्ने गुस्से में कि ना मेरा डर ही छड्ड दिता। साल च एक महीना मेरा से जिहड़ा इन्हों डरा के रखना सी पर अजे डरे ही नहीं। इन्ना गुस्से में आया कि जिवें हुणे सारे मूँह च पा के चबा जाना है। दोहरा धारण दीर्घ दांत खल उष्ट चाटत जीह। कहते भैड़े भैड़े तो वड्डे वड्डे दंदां दे नाल अपनी जीभ ते कदे बाहर कढ़दा कदे अंदर करदा है। हाथ बिकै ज्वलती अगन नर दुखदा ने देह। इन्हें हाथ विच बलदी हुई अग फड़ी है और बड़ा डरावना लग रहा है। वो असल में ये अग लाने वाला ही सी कि साल के इस महीने एक दिन आके अग जरूर लाउगी सारे घरों को साड़ना। तो साड़ना इस करके सी कि मेरा घट्टो घट्ट डर बनया रहे। देखो ये कुछ लोग अज भी करते हैं। ये गल वखरे कि हुण वो डर किसी होर तरीके का है। एक तरह के नाल लोगों के विच मेरी मान वडियाई बनी रहे इज्जत बनी रहे है। कहानी ये भी वही है कि मेरा ना रहे बस किसी भी तरीके का। डरे लोक जानी मृत आई पीत पाए मुख धूप सुकाई। कहते इस भयंकर दैत नूं वेख के लोग बड़े डरे। चेहरे के रंग पीले पै गए। बस सब नूं इवें लगता से कि अज तो मौत आ गई। अज अग तो बचे अज इन्हें खा जाना है। जेड़े मूँह ने वो सुक के बुल सुक गए। सुख चेतन कंपत बिन चैना देख न सके मुंदलिए नैना। क्योंकि डराउना ही इन्ना सी उनके वाले वेख्या जा ही नहीं सी सकता। लोग इन्ने डरे कि शरीर जिहड़ा थर थर कंबन लग गया। उन्होंने वेख के अखां ही बंद कर लिया। तो नाले कहते हैं सतगुरु धन गुरु नानक साहब जी हुण तुसीं किरपा करो। अखां बंद कर लिया। जिहड़ा ध्यान गुरु साहब के चरणों च टिका लिया। कहें स्पर्श पार अब पा मरना जावे के चरणन की शरणा। तो सारे कई एक दूजे को हौली हौली कह रहे हैं, कई गुरु साहब जी कह रहे हैं कि सतगुरु जी हुण अज तो मरना पक्का ही है। अज तो मौत सामने आ गई।
तो हुण तुहाडे तो बिना होर किसी दी शरण वस असीं जाइए भी कित्थे। हुण तुसीं किरपा करो। आगे घर जलने की चिंता, अब जाने पाप प्राणन अंता। और कई फिर उस तरह के बैठे होंगे ने जिन्हों का भरोसा कच्चा होता है, पिछे बैठे आपस में कहते हैं होर बन लो इस संत की। अगे तो घर ही सड़न का खतरा रहिंदा सी, अज घर तो भावें ना सड़न पर आप नहीं जो बचते, अज सारे मरांगे। लगता कि साडा सारिਆਂ ਦਾ अंत आ गया है। भाग जाए थे हम कह काला, कह राखे इन संत कृपाला। तो कोई दूसरा को बोल के कहता कि हाँ भरावा असीं तो भज चले सकल, अज की रात असीं किसी होर पिंड में जाके रहना सी, पर सानू तो इस संत जी ने रोक लिया है। को जाने अब को बिद होवैं, जीवत बचा के प्राणन खोवैं। कोई विचों बोल के कहता कि हुण की पता की होना है, कि कल लोग जाके घर वेखने ने कि अज रात इत्थे काम खत्म हो जाना है, क्योंकि जिवें दा सामने खड़ा है लगता नहीं बचांगे। नर दारण को देख गुर, जो कंपत पै पीत। धन गुरु नानक साहिब जी ने किरपा दृष्टि नाल सारे वाले देखा है कि जिहड़े लोग इन्ने पै पीत तो इन्ने कि शरीर उन्होंने थर थर कंब रहे हैं, बुल बिल्कुल सुके पे ने, कईयों के तो मूँह के विचों कुछ भी नहीं निकलता, कई तो हौली हौली अखा बंद करके गल्लां करी होंदे ने कि मरे, और कई इन्ने डरे ने कि बोल ही कुछ नहीं निकलता। धन गुरु नानक साहिब जी ने जो देखिया, क्रूर दिष्ट तिस दैत दिस, कीनी हरख अनीत। इन्हां लोकां वाले वेखण तो बाद गुरु साहिब जी ने उस दैत वाले फिर नज़र भर के देखे, जिन्हों आप कह दें कि टेढ़ी नज़र नाल वेखिया, कि टेढ़ी जी नज़र करके उस दैत वाले भी देखे जिन्हें सबनों डराया हुआ है। तिसे समय मैं दैत विसाला, बिगल परयो धरनी मुरशाला। तो फिर धन गुरु नानक देव सच्चे पातशाह की चाल चलनी किन्नी सी। गुरु साहिब जी ने देखा नज़र भर के, कहते ये जड़ा इन्ना डरावना तो इन्ना भैड़ा ये दैत से गुरु साहिब जी तो वेखदे नाम थे, ये मुरशद होकर बेहोश होकर धरती पर डिग गया। हो तो पुरातन तर ज्यों को, पवन बेग सो उखरत सो। इतने कविराज ने उदाहरण दी, दैत इवें बेहोश होकर डिग्या कि जिवें बहुत पुराना कोई रुख होवे तो हनेरी आ जाए, तेज झक्खड़ आ जाए, तो फिर वेखदे वेखदे एकदम वो थले डिगदा है। इस तरह दैत डिग्या है। तस बिद गिरियो भयानक भारी, जे तन सर्प चेष्टा हारी। क्योंकि शरीर भी रुख की तरह वड्डा सारा सी, रुख की तरह एकदम थले डिग्या जिवें धरती हिल गई। जह चरनार बिंद जग गुर को, गिरद समय तह घेरो सिर को। दूर खड़ा सी, पर यह जदों बेहोश होकर डिग्या भी इस ढंग के नाल है कि जिहड़ा इहदा सिर है वो सतगुरु धन गुरु नानक साहिब के चरणों वाले पासे है। पैर उत्थे रह के सिर चरणों वाले पासे आया, तो जिहड़ा मत्था बिल्कुल धरती के नाल आके वज्जिया है। करुणा नित पिक करुणा आई, अंत देणता जहें जड़ाई। हुण है ये दैत, है ये पापी कि एक पिंड नूं हर साल साड़दा है, तो साड़न लगे फिर ये नहीं वेखदा कि घर दे विच कोई डंगर है, कोई बच्चा है, कट्टी है, घर विच कोई बजुर्ग है, बच्चा है, बस जो कुछ है अग ला देनी और कईयां नूं ने साड़िया। है पापी, है दैत, पर धन गुरु नानक देव सच्चे पातशाह जी कृपा के घर में आए, इहदे ते भी तरस कीता। और सतगुरु ने सानू बाणी दे विच समझाया ही ये है तो भावें बड़ा औखा और हद तो ज़्यादा औखा है,
कि बुरे का भी भला करना। लोग तो भले मनुख नूं नहीं जीण देंदे, तो बुरे का भला कित्थों करिए। बाबा फरीद जी कहते हैं कि फरीदा बुरे का भला कर, गुस्सा मन ना हंडाए। सानू उपदेश ही है ना, काम तो औखा है। तो जे बाबा फरीद जी नूं पूछे, बाबा फरीद जी जे बुरे का भला किते भुल भुलेखे कर भी दईए तो कुछ मिलता भी है। तो बाबा फरीद जी कहते हैं गुरु के सिखो हद होगी, कुछ क्यों सारे कुछ मिलता है। कदे यतन करके तो देखो। फरीदा बुरे का भला कर, गुस्सा मन ना हंडाए। देही रोग न लगे, पल्ले सब किश पाए। देह बीमार नहीं होएगी। और ये गुस्सा ही है जिहड़ा अंदरों गाल दिंदा है, जिन्होंने गुरु साहब जी पावन बचन बाणी विच भी कहे, काम क्रोध काया को गल है, जो कंचन सुहागा ढल है। हुण सतगुरु जी कृपा करते हैं, भावें बड़ा बुरा है, पर तरस आया कृपा के घर विच आए कि हुण इहदा भी बड़ा करना है। शेष सुहायो तिह पद पदम, जो सब सिखण को सुख सदमन। कहते जेड़े गुरु साहब के चरण सिखां नूं सुख देंदे ने, धन गुरु नानक साहब जी दे वो चरण जेड़े ने इस दैत के सिर नूं छुहा दिते। क्योंकि थोड़ा जिहा पिछे डिग्गिया है, गुरु साहब जी ने आप चरण के सिर नूं छुआए। छूवत चरण मुरशा छुटे, भयो शरीर सुचेत। बस चरण नाल स्पर्श करदे नाल इहदे जिहड़ी बेहोशी टुट गई, ये सुचेत हो गया, होश में आया। शस्त्र हणे संजीवनी जो लगाए तिह देत। कहते सतगुरु के चरण कविराज ने उदाहरण दिती इस तरह सन कि जिवें किसी को कोई शस्त्र लगे, बेहोश हो जाए तो उन्होंने संजीवनी बूटी दी जाए। बस ये संजीवनी बूटी सी इस दैत वास्ते। इस दैत ते गुरु साहब जी ने फिर जो कृपा करनी है, जेड़े ढंग नाल इहदा उद्धार करना है, वो आपां कल विचारांगे। होईयां भुल्लां दी कीमा। आओ एक दो मिनट होर रसना दे नाल हाजिरी लवाइए, फिर समाप्ति है जी। वाहे